हाँ जी, ਵੈਲਕਮ ਟੂ ਸਟਾਰ ਅਕੈਡਮੀ। ਔਰ ਅੱਜ ਆਪਣਾ ਜਿਹੜਾ ਇੰਗਲਿਸ਼ ਦਾ ਟੌਪਿਕ ਹੈ ਉਹ ਹੈ ਸਬਜੈਕਟ ਵਰਬ ਐਗਰੀਮੈਂਟ ਡੇ 3 ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤਾਂ ਦੇਖੋ ਪਿਛਲੇ ਕੁਝ ਦਿਨਾਂ ਤੋਂ ਮੇਰੇ ਪਰਸਨਲੀ ਕਿਸੇ ਦਿੱਕਤ ਕਰਕੇ ਜਿਹੜੀਆਂ ਮੈਥ, ਰੀਜ਼ਨਿੰਗ, ਇੰਗਲਿਸ਼ ਔਰ ਬਾਕੀ ਜੋ ਵੀ ਸਬਜੈਕਟ ਦੀ ਆਪਾਂ ਸਟਾਰਟ ਕਰੀ ਹੋਈ ਸੀਗੀਆਂ ਵੀਡੀਓਜ਼ ਉਹ ਅਪਡੇਟ ਨਹੀਂ ਹੋ ਪਾਈਆਂ। ਲੇਕਿਨ ਦੇਖੋ ਹੁਣ ਸਾਰਾ ਕੁਝ ਠੀਕ ਹੋ ਗਿਆ। ਹੁਣ ਆਪਾਂ ਕੀ ਕਰਾਂਗੇ, ਡੇ ਬਾਈ ਡੇ ਜਿੱਦਾਂ ਵੀ ਮਤਲਬ ਕਿ ਰੈਗੂਲਰ ਹਰ ਰੋਜ਼ ਜਿਹੜੀ ਹੈ ਤੁਹਾਨੂੰ ਜਿਹੜੀ ਵੀਡੀਓ ਹੈ ਉਹ YouTube ਦੇ ਆਪਣੇ ਚੈਨਲ ਦੇ ਉੱਪਰ ਪ੍ਰੋਵਾਈਡ ਹੋ ਜਾਇਆ ਕਰੂਗੀ, ਠੀਕ ਹੈ। ਔਰ ਨੈਕਸਟ ਸੈਕਿੰਡ ਜਿਹੜਾ ETT 5994 ਦਾ ਆਪਾਂ ਬੈਚ ਸਟਾਰਟ ਕੀਤਾ ਹੋਇਆ ਸੀਗਾ RS ਅਗਰਵਾਲ ਦਾ ਮੈਥ, ਉਹ ਵੀ ਜਿਹੜਾ ਰੈਗੂਲਰ ਤੋਂ ਹੁਣ ਕੀ ਹੈ ਸਟਾਰਟ ਹੋ ਜਾਏਗਾ, ਠੀਕ ਹੈ। ਤਾਂ ਚਲੋ ਦੇਖੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਸਬਜੈਕਟ ਵਰਬ ਐਗਰੀਮੈਂਟ। ਸਬਜੈਕਟ ਵਰਬ ਐਗਰੀਮੈਂਟ ਦੇ ਵਿੱਚ ਦੇਖੋ ਇਹਦੀਆਂ ਦੋ ਕਲਾਸਿਸ ਜਿਹੜੀਆਂ ਉਹ ਪਹਿਲੇ ਹੀ ਇਹਦੇ ਉੱਤੇ ਜਿਹੜੀਆਂ YouTube ਦੇ ਚੈਨਲ ਦੇ ਉੱਪਰ ਕੀ ਹੈ ਅਪਲੋਡ ਹੋ ਚੁੱਕੀਆਂ। ਔਰ ਜਿਹੜੇ ਇਹਨੂੰ ਪਹਿਲੀ ਵਾਰੀ ਦੇਖ ਰਿਹਾ ਉਹ ਸਭ ਤੋਂ ਪਹਿਲੇ ਕਿ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਨਾ ਤੁਹਾਨੂੰ ਲਿੰਕ ਦੋਨੋਂ ਹੀ ਵੀਡੀਓਜ਼ ਦੇ ਦੋਨੋਂ ਡੇ ਫਸਟ ਔਰ ਡੇ ਸੈਕਿੰਡ ਦੇ ਜਿਹੜੇ ਆ ਉਹ ਕੀ ਹੈ ਲਿੰਕ ਦੇ ਦਿੱਤੇ ਜਾਣਗੇ। ਤਾਂ ਸਭ ਤੋਂ ਪਹਿਲਾਂ ਉਹ ਪੁਰਾਣੀਆਂ ਵੀਡੀਓ ਦੇਖੋ, ਠੀਕ ਹੈ। ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਸਭ ਤੋਂ ਟੌਪਿਕ ਦਾ ਨਾਮ ਕੀ ਹੈ ਵੀ ਜਿਵੇਂ ਕਿ ਸਬਜੈਕਟ ਵਰਬ ਐਗਰੀਮੈਂਟ। ਤਾਂ ਸਬਜੈਕਟ ਵਰਬ ਐਗਰੀਮੈਂਟ ਦੇ ਵਿੱਚ ਹੀ ਤਾਂ ਇਹਨਾਂ ਦੇ ਵਿੱਚ ਹੀ ਤਾਂ ਸਾਰਾ ਕੁਝ ਛਿਪਿਆ ਹੋਇਆ ਕੀ ਤਾਂ ਦੇਖੋ ਸਬਜੈਕਟ ਨੂੰ ਵਰਬ ਦੇ ਨਾਲ ਆਪਾਂ ਕੀ ਕਰਵਾਉਣਾ ਹੁੰਦਾ ਹੈ, ਐਗਰੀ ਕਰਵਾਉਣਾ ਹੁੰਦਾ ਹੈ। ਔਰ ਉਹ ਕਿਵੇਂ ਐਗਰੀ ਕਰਵਾਉਣਾ ਹੈ, ਸਬਜੈਕਟ ਕਿ ਪਤਾ ਲੱਗੇਗਾ ਕਿ ਸਬਜੈਕਟ ਕੀ ਚੀਜ਼ ਹੈ ਨਾ, ऑब्जेक्ट की है, वर्ब की चीज़ है, फिर ही पता लगेगा कि वो सिंगुलर है, प्लूरल है या कोई जो भी है, ठीक है। ये सारा कुछ जो तुहानू पहले वाली वीडियोज़ दे विच दस्सिया जा चुका है भी, ठीक है। तो चलो अज आपां वधदे हां नैक्सट टाइप वाल। तो नैक्सट टाइप दे विच की है, ये टाइप दे विच देखो तुसीं पहले ना ये दो सेंटेंस ਜਿਹੜੇ ਹੈ ਉਹ ਇਹ ਦੋ ਸੈਂਟੈਂਸ ਤੁਸੀਂ ਪਹਿਲਾਂ ਦੇਖੋਗੇ, ਠੀਕ ਹੈ। ਇਹਨੂੰ ਵੀਡੀਓ ਨੂੰ ਪਾਉਜ਼ ਕਰਕੇ ਇਹ ਦੇਖੋ ਕਿ ਇਹ ਦੋਨੋਂ ਸਹੀ ਹੈ ਜਾਂ ਦੋਨਾਂ ਦੇ ਵਿੱਚੋਂ ਇੱਕ ਗਲਤ ਹੈ ਜਾਂ ਦੋਨੋਂ ਹੀ ਗਲਤ ਹੈ ਜਾਂ ਕੁਝ ਵੀ ਹੈ, ਕੀ ਦਿੱਕਤ ਹੈ ਉਹ ਤੁਸੀਂ ਇਹਨੂੰ ਵੀਡੀਓ ਨੂੰ ਪਾਉਜ਼ ਕਰਕੇ ਖੁਦ ਦੇਖੋ। ਔਰ ਉਸ ਤੋਂ ਬਾਅਦ ਆਪਾਂ ਇਹਦਾ ਅੱਗੇ ਕੀ ਹੈ ਨੈਕਸਟ ਜਿਹੜਾ ਇਹਦਾ ਰੂਲ ਕਰਾਂਗੇ ਕੀ ਕਹਿੰਦਾ ਰੂਲ, ਠੀਕ ਹੈ। ਤਾਂ ਆਈ ਹੋਪ ਕਿ ਤੁਸੀਂ ਸਾਰਿਆਂ ਜਣਿਆਂ ਨੇ ਕੀ ਹੈ ਇਹ ਜਿਹੜਾ ਵੀਡੀਓ ਨੂੰ ਪੌਜ਼ ਕਰਿਆ ਹੋਏਗਾ ਔਰ ਇਹਨੂੰ ਜੱਜਮੈਂਟ ਕਰਨ ਦੀ ਕੋਸ਼ਿਸ਼ ਕਰਿਆ ਹੋਏਗੀ, ਠੀਕ ਹੈ। ਤਾਂ ਦੇਖੋ ਹੈ ਕਿ ਠੀਕ ਹੈ ਸੈਂਟੈਂਸ ਦੇ ਵਿੱਚ ਕੀ ਲਿਖਿਆ ਹੈ, ਸੈਂਟੈਂਸ ਵਿੱਚ ਕੀ ਲਿਖਿਆ ਹੈ ਕਿ ਨਥਿੰਗ ਬਟ ਦ ਟਰੀ ਵਾਜ਼ ਦੇਅਰ। ਫਿਰ ਨੈਕਸਟ ਵੀ ਕੀ ਹੈ ਕਿ ਨਥਿੰਗ ਬਟ ਦ ਟਰੀਜ਼ ਵਾਜ਼ ਦੇਅਰ। ਤਾਂ ਦੇਖੋ ਹੁਣ ਉਹਨਾਂ ਨੇ ਕੀ ਲਾਇਆ ਹੈ, ਦੇਖੋ ਸੇਮ ਨਥਿੰਗ ਹੈ ਦੋਨਾਂ, ਇੱਧਰ ਵੀ ਨਥਿੰਗ ਹੈ ਇੱਧਰ ਵੀ ਨਥਿੰਗ ਹੈ, ਅੱਗੇ बट है फिर दा है, फिर देखो लास्ट दे भी ट्री है, फिर ट्री और इधर भी की आवाज़ है और नीचे भी आवाज़ है। लेकिन इत्थे की फ़र्क है, सॉरी लास्ट दे विच देयर है और इत्थे की लगा है ट्री है और नीचे की लगा है, नीचे ट्रीज़ लगा है। ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਦੋਨੋਂ ਹੀ ਸੈਂਟੈਂਸ ਕੀ ਹੈ ਸਹੀ ਹੈ, ਠੀਕ ਹੈ। ਆਪਾਂ ਪਿੱਛੇ ਜਿਹਾ ਪੜ੍ਹ ਚੁੱਕੇ ਹਾਂ ਕਿ ਕੋਈ ਵੀ ਵਰਬ ਹੈ ਨਾ, ਟੌਪਿਕ ਦਾ ਨਾਮ ਕੀ ਹੈ ਕਿ ਸਬਜੈਕਟ ਵਰਬ ਐਗਰੀਮੈਂਟ। ਤਾਂ ਸਬਜੈਕਟ ਵਰਬ ਐਗਰੀਮੈਂਟ ਦੇ ਵਿੱਚ ਆਪਾਂ ਇਹੀ ਚੈੱਕ ਕਰਨਾ ਹੁੰਦਾ ਕਿ ਜਿਹੜੀ ਵਰਬ ਇਹਦੇ ਵਿੱਚ ਆ ਰਹੀ ਹੈ ਕੀ ਉਹ ਸਬਜੈਕਟ ਦੇ ਅਕੋਰਡਿੰਗ ਹੈ ਜਾਂ ਨਹੀਂ ਹੈ, ਠੀਕ ਹੈ। ਤਾਂ ਹੁਣ ਕਿੱਦਾਂ ਪਤਾ ਲੱਗੇਗਾ ਕਿ ਸਬਜੈਕਟ ਦੇ ਅਕੋਰਡਿੰਗ ਹੈ ਕਿ ਨਹੀਂ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਸਬਜੈਕਟ ਕਿਹੜਾ, ਠੀਕ ਹੈ। ਉਹ ਸਬਜੈਕਟ ਕਿਵੇਂ ਪਤਾ ਲੱਗਦਾ ਹੁੰਦਾ ਹੈ, ਦੇਖੋ ਲਾਸਟ ਵਾਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋਗੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਕੋਈ ਵੀ ਜਿਹੜੀ ਕੰਜੰਕਸ਼ਨ ਹੈ ਨਾ, ਕੋਈ ਵੀ ਕੰਜੰਕਸ਼ਨ ਨਹੀਂ ਪ੍ਰੈਪੋਜੀਸ਼ਨ, ਠੀਕ ਹੈ। ਕੋਈ ਵੀ ਪ੍ਰੈਪੋਜੀਸ਼ਨ ਜਿਵੇਂ ਬਟ ਆ ਗਿਆ ਹੈ ਨਾ, ਇਨ ਟੂ ਵਗੈਰਾ, ਇਹ ਸਾਰੀਆਂ ਕੀ ਆ ਪ੍ਰੈਪੋਜੀਸ਼ਨਸ ਹੁੰਦੀਆਂ। ਔਰ ਜਦੋਂ ਵੀ ਪ੍ਰੈਪੋਜੀਸ਼ਨ ਆ ਜਾਂਦੀ ਹੈ ਤਾਂ ਪ੍ਰੈਪੋਜੀਸ਼ਨ ਆਪਣੇ ਨਾਲ ਕੀ ਹੈ ਖੁਦ ਦਾ ਇੱਕ ਆਬਜੈਕਟ ਲੈ ਕੇ ਆਉਂਦੀ ਹੈ। ਤਾਂ ਇੱਥੇ ਜਿਹੜਾ ਨਾ ਦੇਖੋ ਆਪਾਂ ਬਟ ਬਾਰੇ ਵੀ ਗੱਲ ਕਰਦੇ ਹਾਂ ਕਿ ਬਟ ਕਿਵੇਂ ਯੂਜ਼ ਹੁੰਦਾ, ਬਟ ਦਾ ਕੀ ਯੂਜ਼ ਹੈ, ਉਹ ਸਾਰਾ ਕੁਝ ਨੈਕਸਟ ਦੇਖਦੇ ਹਾਂ। ਤਾਂ ਦੇਖੋ ਇੱਥੇ ਜਿਹੜਾ ਬਟ ਹੈ, ਬਟ ਇੱਕ ਪ੍ਰੈਪੋਜੀਸ਼ਨ ਦੇ ਤੌਰ 'ਤੇ ਯੂਜ਼ ਹੋ ਰਿਹਾ। ਤਾਂ ਪ੍ਰੈਪੋਜੀਸ਼ਨ ਦੇ ਜੇ ਤੌਰ 'ਤੇ ਜੇਕਰ ਯੂਜ਼ ਹੋ ਰਿਹਾ ਹੈ ਤਾਂ ਇਹ ਆਪਣੇ ਨਾਲ ਆਪਣਾ ਆਬਜੈਕਟ ਲੈ ਕੇ ਆਏਗਾ ਵੀ, ਠੀਕ ਹੈ। ਤਾਂ ਆਹ ਬਟ ਤੋਂ ਬਾਅਦ ਦਾ ਟਰੀ ਹੈ, ਇੱਥੇ ਬਟ ਤੋਂ ਬਾਅਦ ਕੀ ਹੈ ਦਾ ਟਰੀਜ਼ ਹੈ। ਤਾਂ ਇਹ ਜਿਹੜਾ ਬਟ ਤੋਂ ਬਾਅਦ ਜਿਹੜਾ ਦਾ ਟਰੀ ਅਤੇ ਦਾ ਟਰੀਜ਼ ਇਹ ਦੋਨੋਂ ਇਹਦੇ ਆਬਜੈਕਟ ਹੈ। ਤਾਂ ਇਹਨੇ ਆਬਜੈਕਟ ਦੇ ਅਕੋਰਡਿੰਗ ਨਹੀਂ ਵਰਬ ਆਉਂਦੀ ਹੁੰਦੀ, ਵਰਬ ਜਿਹੜੀ ਆਉਂਦੀ ਹੈ ਉਹ ਸਬਜੈਕਟ ਦੇ ਅਕੋਰਡਿੰਗ ਆਉਂਦੀ ਹੈ, ਠੀਕ ਹੈ। ਤਾਂ ਜੇਕਰ ਇਹ ਵਾਲੇ ਇਹ ਬਟ ਦਾ ਟਰੀ, ਬਟ ਦਾ ਟਰੀਜ਼ ਆਬਜੈਕਟ ਹੋ ਗਿਆ ਹੈ ਨਾ, ਤਾਂ ਫਿਰ
ਨਥਿੰਗ ਦੇ ਅਕੋਰਡਿੰਗ ਹੀ ਨੈਕਸਟ ਵਾਲੀ ਜਿਹੜੀ ਹੈ ਵਰਬ ਆਏਗੀ। ਤਾਂ ਨਥਿੰਗ ਇੱਕ ਸਿੰਗੂਲਰ ਹੈ, ਠੀਕ ਹੈ। ਨਥਿੰਗ ਕੀ ਹੈ? ਸਿੰਗੂਲਰ ਪ੍ਰੋਨਾਊਨ ਹੈ। ਤਾਂ ਇਹ ਨਥਿੰਗ ਜਿਹੜਾ ਸਿੰਗੂਲਰ ਪ੍ਰੋਨਾਊਨ ਹੈ, ਸਿੰਗੂਲਰ ਪ੍ਰੋਨਾਊਨ ਦੇ ਨਾਲ ਸਿੰਗੂਲਰ ਵਰਬ ਆਏਗੀ, ਠੀਕ ਹੈ। ਤਾਂ ਕਰਕੇ ਇੱਥੇ ਨਥਿੰਗ ਬਟ ਦਾ ਟਰੀ ਵਾਜ਼ ਦੇਅਰ ਔਰ ਨਥਿੰਗ ਬਟ ਦਾ ਟਰੀਜ਼ ਵਾਜ਼ ਦੇਅਰ। ਤਾਂ ਤੁਸੀਂ ਇਸ ਚੀਜ਼ ਨੂੰ ਦੇਖ ਕੇ ਨਹੀਂ ਕਨਫਿਊਜ਼ ਹੋਣਾ ਕਿ ਇਹ ਜਿਹੜਾ ਟਰੀ ਹੈ ਔਰ ਇੱਥੇ ਟਰੀਜ਼ ਹੈ। ਤਾਂ ਇਹ ਜਿਹੜੀ ਵਾਜ਼ ਵਰਬ ਹੈ ਨਾ, ਇਹ ਨਾ ਤਾਂ ਟਰੀ ਕਰਕੇ ਆਈ ਔਰ ਨਾ ਟਰੀਜ਼ ਕਰਕੇ ਆਈ, ਇਹ ਸਿੰਪਲ ਕਿਹਦੇ ਕਰਕੇ ਆਈ ਹੈ? ਆਪਣਾ ਜਿਹੜਾ ਨਥਿੰਗ ਹੈ, ਠੀਕ ਹੈ। ਤਾਂ ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਏਗੀ। ਜੇਕਰ ਕਿਸੇ ਨੂੰ ਕਲੀਅਰ ਨਹੀਂ ਹੋਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਦੇਣਾ ਕਿ ਕਿੱਥੋਂ ਨਹੀਂ ਪਤਾ ਲੱਗਿਆ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਕਿ ਬਟ ਦੀ। ਦੇਖੋ ਬਟ ਜਿਹੜਾ ਬਟ ਹੈ ਨਾ, ਇਹ ਵਾਲਾ ਦੋ ਤਰੀਕੇ ਨਾਲ ਯੂਜ਼ ਹੁੰਦਾ ਵੀ। ਬਟ ਨੂੰ ਆਪਾਂ ਦੋ ਤਰੀਕਿਆਂ ਦੇ ਨਾਲ ਯੂਜ਼ ਕਰ ਸਕਦੇ ਹਾਂ। ਸਭ ਤੋਂ ਪਹਿਲੇ ਕੀ ਹੈ ਕਿ ਬਟ ਇੱਕ ਐਜ਼ ਏ ਕੰਜੰਕਸ਼ਨ ਦੇ ਤੌਰ 'ਤੇ ਯੂਜ਼ ਹੁੰਦਾ ਔਰ ਦੂਸਰੇ ਨੰਬਰ 'ਤੇ ਕੀ ਹੈ, ਬਟ ਜਿਹੜਾ ਹੈ ਉਹ ਕੀ ਹੈ, ਪ੍ਰੈਪੋਜੀਸ਼ਨ ਦੇ ਤੌਰ 'ਤੇ ਯੂਜ਼ ਹੁੰਦਾ, ਠੀਕ ਹੈ। ਤਾਂ ਦੇਖੋ ਜਦੋਂ ਵੀ ਬਟ ਐਜ਼ ਏ ਕੰਜੰਕਸ਼ਨ ਯੂਜ਼ ਹੋਏਗਾ ਤਾਂ ਉਹਦਾ ਮਤਲਬ ਹੋਏਗਾ ਲੇਕਿਨ, ਪਰ, ਠੀਕ ਹੈ। ਤਾਂ ਇਹਦਾ ਔਰ ਇੱਕ ਦੂਸਰੀ ਗੱਲ ਇਹ ਵੀ ਤੁਸੀਂ ਯਾਦ ਰੱਖਣੀ ਹੈ ਕਿ ਜਦੋਂ ਬਟ ਐਜ਼ ਏ ਕੰਜੰਕਸ਼ਨ ਯੂਜ਼ ਹੋਏਗਾ ਤਾਂ ਬਟ ਤੋਂ ਅੱਗੇ ਜਾ ਕੇ ਕਿਤੇ ਨਾ ਕਿਤੇ ਬਟ ਤੋਂ ਬਾਅਦ ਨੈਕਸਟ ਜਦੋਂ ਇੱਕ ਸੈਂਟੈਂਸ ਖਤਮ ਹੋਏਗਾ ਨਾਲ ਦੀ ਨਾਲ ਇੱਕ ਕੋਮਾ ਲਾ ਕੇ ਫਿਰ ਐਂਡ ਯੂਜ਼ ਹੋਏਗਾ, ਹੈ ਨਾ। ਤਾਂ ਕੰਜੰਕਸ਼ਨ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਬਟ ਅਤੇ ਐਂਡ ਦੋਨੋਂ ਇਕੱਠੇ ਯੂਜ਼ ਹੁੰਦੇ ਆ। ਤਾਂ ਇਹ ਕੰਜੰਕਸ਼ਨ ਨਹੀਂ ਹੈ, ਇੱਥੇ ਫਿਰ ਬਟ ਕੀ ਹੈ, ਇੱਕ ਐਜ਼ ਏ ਪ੍ਰੈਪੋਜੀਸ਼ਨ ਯੂਜ਼ ਹੋ ਰਿਹਾ। ਤਾਂ ਜਦੋਂ ਪ੍ਰੈਪੋਜੀਸ਼ਨ ਯੂਜ਼ ਹੋ ਰਿਹਾ, ਐਜ਼ ਏ ਪ੍ਰੈਪੋਜੀਸ਼ਨ ਯੂਜ਼ ਹੋ ਰਿਹਾ, ਤਾਂ ਉਹਦਾ ਮਤਲਬ ਹੁੰਦਾ ਦੇ ਸਿਵਾਏ ਜਾਂ ਕੀ ਹੈ, ਦੇ ਇਲਾਵਾ। ਤਾਂ ਦੇ ਇਲਾਵਾ ਜਾਂ ਫਿਰ ਸਿਵਾਏ। ਤਾਂ ਇੱਥੇ ਹੁਣ ਐਜ਼ ਏ ਪ੍ਰੈਪੋਜੀਸ਼ਨ ਯੂਜ਼ ਹੋ ਰਿਹਾ। ਤਾਂ ਕੀ ਹੈ ਕਿ ਨਥਿੰਗ ਬਟ ਦਾ ਟਰੀ, ਹੈ ਨਾ। ਕਹਿੰਦਾ ਕਿ ਇੱਥੇ ਕੁਝ ਵੀ ਨਾ ਹੋਣ ਦੇ ਇਲਾਵਾ ਕਹਿੰਦਾ ਟਰੀ ਹਨ, ਇੱਕ ਟਰੀ ਹੈ। ਜਾਂ ਫਿਰ ਨੈਕਸਟ ਦੇ ਵਿੱਚ ਕੀ ਹੈ, ਨਥਿੰਗ ਬਟ ਦਾ ਟਰੀਜ਼, ਔਰ ਕਹਿੰਦਾ ਕੁਝ ਨਹੀਂ ਨਾ ਹੋਣ ਦੇ ਇਲਾਵਾ ਕੀ ਹੈ, ਦੇ ਬਾਵਜੂਦ ਵੀ ਕੀ ਹੈ ਕਿ ਟਰੀ ਹਨ। ਤਾਂ ਦੇਖੋ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਸਮਝਣਾ, ਠੀਕ ਹੈ। ਤਾਂ ਆਈ ਹੋਪ ਕਿ ਤੁਹਾਨੂੰ ਇਹ ਪਹਿਲੇ ਵਾਲਾ ਕਨਸੈਪਟ ਜਿਹੜਾ ਹੈ ਇਹ ਪਤਾ ਚੱਲ ਚੁੱਕਾ ਹੋਏਗਾ। ਹੁਣ ਆਪਾਂ ਇਹਦੀ ਅੱਗੇ ਨੈਕਸਟ ਜਿਹੜੀ ਹੈ ਉਹ ਵਾਲੀ ਦੇਖ ਲੈਂਦੇ ਹਾਂ, ਇਹਦੀ ਐਗਜ਼ਾਮਪਲ ਦੇਖਦੇ ਹਾਂ ਔਰ ਫਿਰ ਜਾ ਕੇ ਨੈਕਸਟ ਰੂਲ ਨੂੰ ਆਪਾਂ ਪੜ੍ਹਾਂਗੇ। ਹਾਂਜੀ, ਤਾਂ ਠੀਕ ਹੈ। ਤਾਂ ਹੁਣ ਦੇਖੋ ਕੁਝ ਵਰਡ ਹੈ ਜਿਹੜੇ ਕਿ ਜਿੱਦਾਂ ਕਿ ਆਪਾਂ ਨੂੰ ਨਥਿੰਗ ਬਟ, ਹੈ ਨਾ, ਐਵਰੀਥਿੰਗ ਬਟ, ਨੋ ਵਨ ਬਟ, ਐਵਰੀਵਨ ਬਟ। ਤਾਂ ਇਹ ਸਾਰੇ ਦੇ ਸਾਰੇ ਕੀ ਹੈ, ਇਹ ਇੱਕ ਸਿੰਗੂਲਰ ਸਬਜੈਕਟ ਦੇ ਤੌਰ 'ਤੇ ਯੂਜ਼ ਹੁੰਦੇ ਆ, ਠੀਕ ਹੈ। ਤਾਂ ਦੇਖੋ ਸਿੰਗੂਲਰ ਸਬਜੈਕਟ ਕੀ ਹੈ, ਪਲੂਰਲ ਸਬਜੈਕਟ ਕੀ ਹੈ, ਮੈਂ ਵਾਰ-ਵਾਰ ਇਹੀ ਕਹਿ ਰਿਹਾ ਕਿ ਤੁਸੀਂ ਇਹਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਨਾ ਵੀਡੀਓ ਚੈੱਕ ਕਰੋ, ਪਹਿਲੀ ਵੀਡੀਓ ਔਰ ਦੂਸਰੀ ਵੀਡੀਓ। ਪਹਿਲੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਬੇਸਿਕ ਲੈਵਲ ਤੋਂ ਸਮਝਾਇਆ ਗਿਆ ਕਿ ਵਰਬ ਸਿੰਗੂਲਰ ਕਿਵੇਂ ਪਤਾ ਚੱਲਦੀ ਹੈ, ਨਾਊਨ ਕਿਵੇਂ ਪਤਾ ਚੱਲਦਾ ਹੈ, ਉਹ ਸਾਰਾ ਕੁਝ ਫਸਟ ਵੀਡੀਓ ਦੇ ਵਿੱਚ ਹੈ ਨਾ। ਤਾਂ ਸਬਜੈਕਟ, ਸਿੰਗੂਲਰ ਸਬਜੈਕਟ ਜਾਂ ਪਲੂਰਲ ਸਬਜੈਕਟ ਕੀ ਹੁੰਦਾ, ਉਹ ਸਾਰਾ ਕੁਝ। ਤਾਂ ਦੇਖੋ ਇਹ ਜਿਹੜੇ ਸਾਰੇ ਨਥਿੰਗ, ਐਵਰੀਥਿੰਗ, ਨੋ ਵਨ, ਐਵਰੀਵਨ, ਇਹ ਸਾਰੇ ਦੇ ਸਾਰੇ ਸਿੰਗੂਲਰ ਪ੍ਰੋਨਾਊਨ ਹੁੰਦੇ ਆ, ਠੀਕ ਹੈ। ਔਰ ਇਹਦੇ ਨਾਲ ਜਦੋਂ ਬਟ ਇੱਕ ਪ੍ਰੈਪੋਜੀਸ਼ਨ ਲੱਗ ਗਈ ਹੈ ਨਾ, ਬਟ ਕੀ ਲੱਗੀ, ਇੱਕ ਪ੍ਰੈਪੋਜੀਸ਼ਨ। ਤਾਂ ਜਦੋਂ ਇਹ ਬਟ ਪ੍ਰੈਪੋਜੀਸ਼ਨ ਲੱਗ ਗਈ ਤਾਂ ਇਹ ਸਾਰੇ ਦਾ ਸਾਰਾ ਇੱਕ ਸਿੰਗੂਲਰ ਸਬਜੈਕਟ ਹੈ ਨਾ। ਉਸ ਤੋਂ ਬਾਅਦ ਇਹ ਤੋਂ ਬਾਅਦ ਦੇਖੋ ਚਾਹੇ ਇਹਦੇ ਤੋਂ ਬਾਅਦ ਇੱਕ ਸਿੰਗੂਲਰ ਨਾਊਨ ਲੱਗਿਆ ਹੋਵੇ, ਪਲੂਰਲ ਨਾਊਨ ਲੱਗਿਆ ਹੋਵੇ, ਅਨਕਾਊਂਟੇਬਲ ਨਾਊਨ ਲੱਗਿਆ, ਜੋ ਮਰਜ਼ੀ ਲੱਗਿਆ ਹੋਵੇ, ਉਹ ਬਟ ਦੇ ਨਾਲ ਆ ਕੇ ਲੱਗ ਗਿਆ ਨਾ। ਤਾਂ ਬਟ ਦੇ ਨਾਲ ਲੱਗ ਗਿਆ ਤਾਂ ਇਹ ਸਾਰੇ ਦਾ ਸਾਰਾ ਕੀ ਹੈ, ਬਟ ਕੰਜੰਕਸ਼ਨ ਦਾ ਆਬਜੈਕਟ ਬਣ ਜਾਏਗਾ। ਤਾਂ ਫਿਰ ਦੇਖੋ ਰਹਿ ਕੀ ਗਿਆ ਆਪਣੇ ਕੋਲ, ਸਬਜੈਕਟ ਕੀ ਰਹਿ ਗਿਆ, ਇਹ ਵਾਲਾ, ਇਹ ਸਿੰਗੂਲਰ ਸਬਜੈਕਟ ਹੈ। ਜੇ ਇਹ ਸਿੰਗੂਲਰ ਸਬਜੈਕਟ ਹੈ ਤਾਂ ਇਹਦੇ ਅਕੋਰਡਿੰਗ ਹੀ ਜਿਹੜੀ ਵਰਬ ਅੱਗੇ ਹੈ, ਆਪਣੀ ਜਿਹੜੀ ਅੱਗੇ ਵਰਬ ਕੀ ਹੈ, ਇਹਦੇ ਅਕੋਰਡਿੰਗ ਸਿੰਗੂਲਰ ਵਰਬ ਹੀ ਆਏਗੀ, ਠੀਕ ਆ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋ ਗਈ ਹੋਏਗੀ। ਤਾਂ ਹੁਣ ਦੇਖੋ ਇਹਦੀ ਇੱਕ ਐਗਜ਼ਾਮਪਲ ਆਪਾਂ ਦੇਖਦੇ ਹਾਂ, ਠੀਕ ਹੈ। ਤਾਂ ਐਗਜ਼ਾਮਪਲ ਕੀ ਹੈ, ਕਹਿੰਦਾ ਨੋ ਬੋਡੀ ਬਟ ਮਾਈ ਬ੍ਰਦਰਜ਼ ਹੈਵ ਪਲੈਨਡ ਫੋਰ ਦਾ ਬਰਥਡੇ ਪਾਰਟੀ। ਕਹਿੰਦਾ ਕਿਸੇ ਨੇ ਵੀ ਨਹੀਂ ਮੇਰੇ ਬਰਥਡੇ ਪਾਰਟੀ ਜਿਹੜੀ ਹੈ ਉਹ ਪਲਾਨ ਕੀਤੀ, ਪਰ ਕੀ ਕਹਿੰਦਾ, ਮਾਈ ਬ੍ਰਦਰਜ਼, ਮੇਰੇ ਬ੍ਰਦਰ ਤੋਂ ਇਲਾਵਾ, ਹੈ ਨਾ, ਉਹਨਾਂ ਦੇ ਇਲਾਵਾ ਹੋਰ ਕਿਸੇ ਨੇ ਨਹੀਂ ਪਲਾਨ ਕੀਤੀ। ਤਾਂ ਦੇਖੋ ਇੱਥੇ ਕੀ ਹੈ, ਨੋ ਬੋਡੀ ਆ ਗਿਆ, ਨੋ ਬੋਡੀ ਹੈ। ਉਸ ਤੋਂ ਬਾਅਦ ਕੀ ਆ ਗਿਆ, ਬਟ ਆਇਆ, ਹੈ ਨਾ, ਬਟ, ਔਰ ਬਟ ਤੋਂ ਬਾਅਦ ਆ ਗਿਆ ਮਾਈ ਬ੍ਰਦਰਸ। ਤਾਂ ਇਹ ਸਾਰਾ ਕੁਝ ਕੀ ਹੈ, ਇਕੱਠਾ ਹੈ ਵੀ, ਬਟ ਮਾਈ ਬ੍ਰਦਰ। ਜੇ ਬਟ ਲੱਗਿਆ ਤਾਂ ਉਹਦੇ ਨਾਲ ਦੇਖੋ ਮਾਈ ਬ੍ਰਦਰਸ ਲੱਗਿਆ, ਤਾਂ ਇਹ ਵਾਲਾ ਇਹਦਾ ਕੀ ਹੈ, ਆਬਜੈਕਟ ਬਣ ਗਿਆ, ਠੀਕ ਹੈ। ਤਾਂ ਬਟ ਦਾ ਆਬਜੈਕਟ ਕੀ ਬਣ ਗਿਆ, ਮਾਈ ਬ੍ਰਦਰਸ। ਤਾਂ ਹੁਣ ਆਪਣੇ ਕੋਲ ਕੀ ਰਹਿ ਗਿਆ, ਸਿੰਗੂਲਰ ਕੌਣ ਰਹਿ ਗਿਆ, ਸਿੰਗੂਲਰ ਆਪਣੇ ਕੋਲ ਕੀ ਰਹਿ ਗਿਆ, ਨੋ ਬੋਡੀ, ਹੈ ਨਾ। ਤਾਂ ਇਹ ਜਿਹੜਾ ਨੋ ਬੋਡੀ ਹੈ, ਨੋ ਬੋਡੀ ਜਿਹੜਾ ਆਪਣੇ ਕੋਲ ਹੈ,
ਇਹ ਕੀ ਹੈ, ਇੱਕ ਸਬਜੈਕਟ ਬਣ ਗਿਆ। ਔਰ ਆਪਾਂ ਨੂੰ ਪਤਾ ਹੈ ਕਿ ਸਬਜੈਕਟ ਨੋ ਬੋਡੀ ਦੇ ਨਾਲ ਆਪਾਂ ਹਮੇਸ਼ਾ ਕੀ ਹੈ, ਸਿੰਗੂਲਰ ਸਬਜੈਕਟ ਦਾ ਯੂਜ਼ ਕਰਾਂਗੇ। ਤਾਂ ਇੱਥੇ ਦੇਖੋ ਹੈਵ ਲੱਗਾ, ਹੈਵ ਸਿੰਗੂਲਰ ਨਹੀਂ ਹੈ, ਹੈਵ ਕੀ ਹੈ, ਪਲੂਰਲ ਹੈ। ਤਾਂ ਇਹ ਸਿੰਗੂਲਰ ਪਲੂਰਲ ਦਾ ਜਿਹੜਾ ਸਾਰੀ ਦਿੱਕਤ ਹੈ ਨਾ, ਉਹ ਤੁਹਾਨੂੰ ਕੀ ਹੈ, ਤੁਸੀਂ ਉੱਥੇ ਚੈੱਕ ਕਰਨੀ ਹੈ ਵੀ, ਠੀਕ ਹੈ। ਉਹ ਮਤਲਬ ਕਿ ਜਿਹੜੀ ਆਪਣੀ ਪਹਿਲੇ ਵਾਲੀ ਵੀਡੀਓ ਉਹਦੇ ਵਿੱਚ ਸਾਰਾ ਕੁਝ ਸਿੰਗੂਲਰ ਪਲੂਰਲ ਬਾਰੇ ਦੱਸਿਆ ਹੋਏਗਾ। ਤਾਂ ਇੱਥੇ ਦੇਖੋ ਹੈਵ ਕੱਟ ਕੇ ਫਿਰ ਕੀ ਆ ਜਾਏਗਾ, ਇੱਥੇ ਹੈਜ਼ ਦਾ ਯੂਜ਼ ਹੋ ਜਾਏਗਾ, ਠੀਕ ਹੈ। ਤਾਂ ਇਹ ਇਸ ਰੂਲ ਦੀ ਜਿਹੜੀ ਸੀ ਉਹ ਐਗਜ਼ਾਮਪਲ ਸੀ। ਹਾਂਜੀ, ਹੁਣ ਆਪਾਂ ਦੇਖਦੇ ਹਾਂ ਵੀ ਨੈਕਸਟ ਅੱਗੇ ਕੀ ਹੈ। ਤਾਂ ਨੈਕਸਟ ਤੁਹਾਡੇ ਕੋਲ ਜਿਹੜਾ ਹੈ ਦੇਖੋ, ਹਾਂ, ਤਾਂ ਇੱਕ ਨਵਾਂ ਰੂਲ ਹੈ ਵੀ। ਨਵਾਂ ਰੂਲ ਕਰਨ ਤੋਂ ਪਹਿਲੇ ਤੁਹਾਨੂੰ ਕੀ ਕਰਨਾ ਪਏਗਾ, ਇਹਨੂੰ ਦੇਖਣਾ ਪਏਗਾ ਪੂਰੇ ਸੈਂਟੈਂਸ ਨੂੰ, ਔਰ ਇਸ ਸੈਂਟੈਂਸ ਦੇ ਵਿੱਚ ਤੁਸੀਂ ਐਰਰ ਫਾਈਂਡ ਕਰਨ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ ਨਾ। ਇਹ ਵਾਲੀ ਆਪਣੇ ਕੋਲ ਏ ਆਪਸ਼ਨ ਹੈ, ਇਹ ਬੀ ਆਪਸ਼ਨ ਹੈ, ਇਹ ਵਾਲੀ ਸੀ ਆਪਸ਼ਨ ਹੈ, ਲਾਸਟ ਦੇ ਵਿੱਚ ਡੀ ਹੈ, ਔਰ ਇੱਥੇ ਈ ਆ ਗਿਆ। ਈ ਮਤਲਬ ਕਿ ਨੋ ਐਰਰ। ਤਾਂ ਤੁਸੀਂ ਚੈੱਕ ਕਰਨਾ ਕਿ ਇਹਦੇ ਵਿੱਚ ਜਿਹੜਾ ਹੈ ਕਿਹੜੀ ਐਰਰ ਹੈ ਨਾ। ਉਹ ਐਰਰ ਤਾਂ ਪਤਾ ਚੱਲੇਗੀ ਜੇਕਰ ਤੁਹਾਨੂੰ ਰੂਲ ਪਤਾ ਹੋਏਗਾ। ਤਾਂ ਰੂਲ ਮੈਂ ਤੁਹਾਨੂੰ ਕਰਵਾ ਦਿੰਦਾ, ਲੇਕਿਨ ਸਭ ਤੋਂ ਪਹਿਲੇ ਤੁਸੀਂ ਕੀ ਕਰੋ, ਇਹਦੇ ਵਿੱਚ ਐਰਰ ਫਾਈਂਡ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ। ਤਾਂ ਚਲੋ ਇਸ ਕੁਐਸਚਨ ਨੂੰ ਆਪਾਂ ਲਾਸਟ ਦੇ ਵਿੱਚ ਡਿਸਕਸ ਕਰਾਂਗੇ। ਪਹਿਲੇ ਤੁਹਾਨੂੰ ਰੂਲ ਕਰਵਾ ਦਿੱਤਾ ਜਾਂਦਾ ਵੀ, ਠੀਕ ਹੈ। ਤਾਂ ਰੂਲ ਆਪਾਂ ਦੇਖਦੇ ਹਾਂ ਵੀ ਕੀ ਰੂਲ ਹੈ ਇਹ ਵਾਲਾ। ਤਾਂ ਇਹ ਰੂਲ ਦੇਖੋ, ਇਹਦੇ ਵਿੱਚ ਪਹਿਲਾਂ ਤਾਂ ਪੂਰੇ ਇਹਨੂੰ ਸੈਂਟੈਂਸ ਨੂੰ ਪੜ੍ਹੋ ਕਿ ਮੈਨੀ ਐਨ ਐਮਪਲੋਏ ਆਫ ਦਾ ਕੰਪਨੀ ਆਰ supposed to be transferred to some other company of a same category because of recession, ਠੀਕ ਹੈ। ਇਹਦੇ ਵਿੱਚ ਤੁਸੀਂ ਐਰਰ ਫਾਈਂਡ ਕਰਨ ਦੀ ਦੇਖੋ ਬਾਲਾ ਆਪਣੇ ਕੋਲ, ਜਿਵੇਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਟੌਪਿਕ ਕਿਹੜਾ ਚੱਲ ਰਿਹਾ ਵੀ, ਟੌਪਿਕ ਸਬਜੈਕਟ ਵਰਬ ਐਗਰੀਮੈਂਟ ਚੱਲ ਰਿਹਾ। ਤਾਂ ਬਸ ਸਿੰਪਲ ਹੈ, ਤੁਸੀਂ ਇਹ 'ਤੇ ਸਬਜੈਕਟ ਦੇਖਣਾ, ਠੀਕ ਹੈ ਨਾ। ਸਬਜੈਕਟ ਦੇਖਣਾ, ਤਾਂ ਸਬਜੈਕਟ ਕਿਵੇਂ ਪਤਾ ਚੱਲਦਾ ਹੈ, ਸਬਜੈਕਟ ਹਮੇਸ਼ਾ ਨਾਊਨ ਜਾਂ ਪ੍ਰੋਨਾਊਨ ਹੁੰਦਾ, ਠੀਕ ਹੈ। ਔਰ ਉਹ ਨਾਊਨ ਜਾਂ ਪ੍ਰੋਨਾਊਨ ਕਿੱਥੇ ਲੱਗਿਆ ਹੋਇਆ, ਠੀਕ ਹੈ ਨਾ। ਤਾਂ ਉਹ ਜ਼ਰੂਰੀ ਨਹੀਂ ਹੈ ਕਿ ਉਹ ਵਰਬ ਦੇ ਹਮੇਸ਼ਾ ਨਾਲ ਹੀ ਹੁੰਦਾ। ਤਾਂ ਬਹੁਤ ਜ਼ਿਆਦਾ ਪਿੱਛੇ ਵੀ ਹੋ ਸਕਦਾ ਵੀ ਸਬਜੈਕਟ। ਤਾਂ ਇਹ ਚੀਜ਼ ਤੁਸੀਂ ਦੇਖਣੀ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ। ਤਾਂ ਮੈਂ ਕਹਿੰਦਾ ਕਿ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਥੋੜ੍ਹੀ ਜਿਹੀ ਕਨਫਿਊਜ਼ਨ ਆ ਰਹੀ ਹੈ, ਤਾਂ ਸਟਾਰਟਿੰਗ ਤੋਂ ਇਹ ਵਾਲੀ ਵੀਡੀਓ ਨਾ ਦੇਖੋ, ਤੁਸੀਂ ਪਹਿਲੀਆਂ 2 ਵੀਡੀਓਜ਼ ਜ਼ਰੂਰ ਦੇਖੋ, ਹੈ ਨਾ। ਤਾਂ ਚਲੋ ਹੁਣ ਆਪਾਂ ਦੇਖਦੇ ਹਾਂ ਨੈਕਸਟ ਕਿ ਇਹ ਜਿਹੜਾ ਰੂਲ ਹੈ ਇਹ ਕੀ ਰੂਲ ਹੈ ਵੀ, ਆਪਣਾ ਰੂਲ ਕੀ ਕਹਿੰਦਾ। ਦੇਖੋ ਆਪਾਂ ਨੂੰ ਇਹ ਰੂਲ ਕਰਨ ਤੋਂ ਪਹਿਲਾਂ ਮੈਨੀ ਵਰਸਿਸ ਮੱਚ, ਦੇਖੋ ਮੈਨੀ ਔਰ ਮੱਚ ਦੇ ਵਿੱਚ ਡਿਫਰੈਂਸ ਸਮਝਣਾ ਪਏਗਾ, ਇਹਨਾਂ ਦਾ ਯੂਜ਼ ਕੀ ਹੁੰਦਾ, ਠੀਕ ਹੈ। ਤਾਂ ਦੇਖੋ ਮੈਨੀ ਦਾ ਮਤਲਬ ਵੀ ਜ਼ਿਆਦਾ ਹੁੰਦਾ, ਔਰ ਮੱਚ ਦਾ ਮਤਲਬ ਵੀ ਕੀ ਹੈ ਕਿ ਜ਼ਿਆਦਾ। ਮੈਨੀ ਵੀ ਕੀ ਹੈ, ਜ਼ਿਆਦਾ ਹੈ, ਔਰ ਮੱਚ ਵੀ ਕੀ ਹੈ, ਆਪਣੇ ਕੋਲ ਜ਼ਿਆਦਾ ਹੈ, ਠੀਕ ਹੈ। ਤਾਂ ਦੇਖੋ ਜਿਹੜਾ ਮੈਨੀ ਦਾ ਯੂਜ਼ ਹੋ ਜਾਂਦਾ ਉਹ ਕਿਹਦੇ ਵਾਸਤੇ ਯੂਜ਼ ਹੁੰਦਾ, ਨੰਬਰ ਯਾਨੀ ਕਿ ਸੰਖਿਆਵਾਂ ਹੋਣ, ਜਿਵੇਂ ਬੁਆਏ ਹੈ ਨਾ, ਬੁਆਏ ਇੱਕ ਆ ਗਿਆ, ਔਰ ਬॉयज़ ਆ ਗਿਆ ਬਹੁਤ ਬॉयज़ ਮਤਲਬ ਕਿ ਜ਼ਿਆਦਾ ਜਣੇ ਲੜਕੇ। ਜੇਕਰ ਕਹੇ ਕਿ ਮੈਨੀ ਬॉयज़, ਤਾਂ ਮੈਨੀ ਬॉयज़ ਮਤਲਬ ਕਿ ਬਹੁਤ ਜ਼ਿਆਦਾ ਲੜਕੇ, ਠੀਕ ਹੈ। ਔਰ ਉਹੀ ਜੇਕਰ ਆਪਾਂ ਜਿਵੇਂ ਮਿਲਕ ਕਹਿਤਾ ਕਿ ਵਾਟਰ, ਮਿਲਕ ਕਹਿਤਾ, ਵਾਟਰ ਕਹਿਤਾ, ਠੀਕ ਹੈ, ਆਇਲ ਕਹਿਤਾ, ਤੇਲ ਕਹਿਤਾ, ਜਿਹੜੀਆਂ ਚੀਜ਼ਾਂ ਨੂੰ ਆਪਾਂ ਮਿਣਦੇ ਹਾਂ ਨਾ ਮਾਤਰਾ ਦੇ ਵਿੱਚ ਨਾ, ਕੁਆਂਟਿਟੀ ਹੁੰਦੀ ਹੈ। ਤਾਂ ਉਹਨਾਂ ਸਾਰੀਆਂ ਚੀਜ਼ਾਂ ਵਾਸਤੇ ਜਿਨ੍ਹਾਂ ਨੂੰ ਦੇਖੋ ਗਿਣਿਆ ਜਾ ਸਕਦਾ ਉਹਦੇ ਵਾਸਤੇ ਮੈਨੀ ਯੂਜ਼ ਹੁੰਦਾ ਹੈ, ਔਰ ਜਿਨ੍ਹਾਂ ਨੂੰ ਮਿਣਿਆ ਜਾ ਸਕਦਾ ਹੈ ਉਹਨਾਂ ਵਾਸਤੇ ਕੀ ਯੂਜ਼ ਹੁੰਦਾ ਹੈ, ਮਤਲਬ ਕਿ ਇਹ ਵਾਲਾ ਜਿਹੜਾ ਮੱਚ ਯੂਜ਼ ਹੁੰਦਾ, ਠੀਕ ਹੈ। ਤਾਂ ਦੇਖੋ ਆਪਣੇ ਕੋਲ ਹੁਣ ਤੁਸੀਂ ਦੇਖ ਲਓ ਕਿ ਮੈਨੀ ਦਾ ਯੂਜ਼ ਕਿੱਥੇ ਹੁੰਦਾ ਵੀ। ਦੇਖੋ ਮੈਨੀ ਦਾ ਜਿਹੜਾ ਯੂਜ਼ ਹੋਏਗਾ, ਮੈਨੀ ਦਾ ਯੂਜ਼ ਕਿੱਥੇ ਹੋਏਗਾ, ਉਹ ਹੋਏਗਾ ਤੁਹਾਡੇ ਕੋਲ ਪਲੂਰਲ ਕਾਊਂਟੇਬਲ ਨਾਊਨ, ਯਾਨੀ ਕਿ ਵਸਤੂਆਂ ਜ਼ਿਆਦੀਆਂ ਹੋਣ ਔਰ ਉਹ ਨਾਲ ਦੀ ਨਾਲ ਕਾਊਂਟੇਬਲ ਵੀ ਹੋਣ। ਕਾਊਂਟੇਬਲ ਹੋਣ ਮਤਲਬ ਕੀ ਹੈ ਕਿ ਉਹਨਾਂ ਨੂੰ ਗਿਣਿਆ ਵੀ ਜਾ ਸਕੇ, ਠੀਕ ਹੈ ਨਾ। ਤਾਂ ਦੇਖੋ ਜਦੋਂ ਵੀ ਮੈਨੀ ਦੇ ਨਾਲ ਪਲੂਰਲ ਕਾਊਂਟੇਬਲ ਨਾਊਨ ਆ ਗਿਆ, ਤਾਂ ਆਪਾਂ ਕਿਸ ਚੀਜ਼ ਦਾ ਯੂਜ਼ ਕਰਾਂਗੇ ਵੀ, ਆਪਾਂ ਪਲੂਰਲ ਵਰਬ ਦਾ ਯੂਜ਼ ਕਰਾਂਗੇ, ਹੈ ਨਾ। ਮੈਨੀ ਜਦੋਂ ਆਏਗਾ, ਮੈਨੀ ਔਰ ਮੈਨੀ ਦਾ ਮਤਲਬ ਜ਼ਿਆਦਾ ਹੁੰਦਾ, ਔਰ ਪਲੂਰਲ ਕਾਊਂਟੇਬਲ ਨਾਊਨ ਆ ਗਿਆ, ਤਾਂ ਆਪਾਂ ਕਿਹੜੀ ਵਰਬ ਦਾ ਯੂਜ਼ ਕਰਾਂਗੇ ਵੀ, ਆਪਾਂ ਪਲੂਰਲ ਵਰਬ ਦਾ ਯੂਜ਼ ਕਰਾਂਗੇ। ਔਰ ਮੱਚ ਦੀ ਜੇਕਰ ਗੱਲ ਕੀਤੀ ਜਾਏ ਤਾਂ ਮੱਚ ਦੇਖੋ, ਮੱਚ ਜਿਹੜਾ ਹੈ ਉਹ ਕੀ ਹੈ, ਅਨਕਾਊਂਟੇਬਲ ਨਾਊਨ ਦੀ ਥਾਂ 'ਤੇ ਯੂਜ਼ ਹੁੰਦਾ ਨਾ ਮੱਚ। ਤਾਂ ਮੱਚ ਅਨਕਾਊਂਟੇਬਲ ਨਾਊਨ ਹੈ, ਔਰ ਜੇਕਰ ਮਿਲਕ ਹੈ ਤਾਂ ਉਹਨੂੰ ਮੈਂ ਨਹੀਂ ਬਹੁਤ ਮਿਲਕ ਕਹਿ ਲਵਾਂਗੇ, ਮਤਲਬ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਤਾਂ ਉਸ ਇੱਕ ਸਿੰਗੂਲਰ ਅਨਕਾਊਂਟੇਬਲ ਨਾਊਨ ਹਮੇਸ਼ਾ ਹੀ ਕੀ ਹੁੰਦਾ, ਸਿੰਗੂਲਰ ਹੁੰਦਾ ਵੀ, ਠੀਕ ਹੈ। ਤਾਂ ਇਹਦੇ ਨਾਲ ਫਿਰ ਕਿਹੜੀ ਵਰਬ ਦਾ ਯੂਜ਼ ਹੋਏਗਾ, ਸਿੰਗੂਲਰ ਵਰਬ ਦਾ ਯੂਜ਼ ਹੋਏਗਾ, ਠੀਕ ਹੈ। ਐਗਜ਼ਾਮਪਲ ਹੁਣ ਦੇਖੋ ਮੈਨੀ ਸਟੂਡੈਂਟਸ ਸਹੀ ਹੈ, ਮੱਚ ਸਟੂਡੈਂਟਸ, ਤਾਂ ਦੇਖੋ ਸਟੂਡੈਂਟਸ ਦੇ ਨਾਲ ਮੱਚ ਕਿੱਥੋਂ ਲੱਗ ਜਾਏਗਾ, ਤਾਂ ਗਲਤ ਹੋ ਗਿਆ ਵੀ। ਔਰ ਮੈਨੀ ਵਾਟਰ ਹੈ ਨਾ, ਮੈਨੀ ਵਾਟਰ ਨਹੀਂ ਹੁੰਦਾ, ਮੱਚ ਵਾਟਰ ਹੁੰਦਾ, ਠੀਕ ਹੈ। ਤਾਂ ਚਲੋ ਫਿਰ ਇਹਦੇ ਨਾਲ ਅੱਗੇ ਦੇਖਦੇ ਹਾਂ ਕੋਈ ਐਗਜ਼ਾਮਪਲ ਵਗੈਰਾ ਇਹਦੀ ਜਿਹੜੀ ਹੈ ਨੈਕਸਟ ਆਪਾਂ ਦੇਖ ਲੈਂਦੇ ਹਾਂ।
ਤਾਂ ਦੇਖੋ ਇਹ ਕੀ ਲਿਖਿਆ ਇਹਨਾਂ ਨੇ ਕਿ ਮੈਨੀ ਸਟੂਡੈਂਟਸ ਹੈਵ ਕੁਆਲੀਫਾਈਡ ਦਾ एग्ज़ाम सॉरी। तो देखो मैनी स्टूडेंट्स आ गया, स्टूडेंट्स ज़्यादा है और जेकर स्टूडेंट्स ज़्यादा जने हैं तो फिर की होएगा भी ज़्यादा, तो ये नाल फिर की है हैव लग जाएगा। सही है, वी वाला एग्जाम्पल सही है। अच्छा ए गुड मैनी, हुण ए आ वाली ए देख के आप कन्फ्यूज़ नहीं होना। ਆਪਾਂ ਕੀ ਹੈ ਇਹ ਦੇਖ ਕੇ ਨਹੀਂ ਕਨਫਿਊਜ਼ ਹੋਣਾ ਕਿ ਜੇਕਰ ਇਹ ਆ ਗਿਆ ਤਾਂ ਇਹ ਗੁੱਡ ਮੈਨੀ ਵੀ, ਇਹ ਗੁੱਡ ਮੈਨੀ ਹੈ ਨਾ, ਇਹ ਗੁੱਡ ਮੈਨੀ, ਇਹ ਗ੍ਰੇਟ ਮੈਨੀ। ਤਾਂ ਇਹਨਾਂ ਨੂੰ ਤੁਸੀਂ ਇਹ ਨੂੰ ਦੇਖ ਕੇ ਨਹੀਂ ਕਨਫਿਊਜ਼ ਹੋਣਾ ਕਿ ਇਹ ਇੱਕ ਸਿੰਗਲ ਦੀ ਗੱਲ ਕਰ ਰਿਹਾ। ਤਾਂ ਇਹ ਵੈਸੇ ਇਹਦੇ ਨਾਲ ਉਹਨਾਂ ਨੇ ਲਾਇਆ ਇਹ ਗੁੱਡ ਮੈਨੀ ਜਾਂ ਇਹ ਗ੍ਰੇਟ ਮੈਨੀ। ਤਾਂ ਬਸ ਆਪਾਂ ਨੂੰ ਪਤਾ ਕਿ ਮੈਨੀ ਹੈ ਔਰ ਮੈਨੀ ਸਟੂਡੈਂਟਸ ਹੈ, ਸਟੂਡੈਂਟਸ ਜ਼ਿਆਦਾ ਜਣੇ ਤਾਂ ਉਹਦੇ ਨਾਲ ਹੈਵ ਲੱਗ ਜਾਏਗਾ ਨਾ, ਤਾਂ ਹੈਵ ਲੱਗ ਜਾਏਗਾ। ਮੈਨੀ ਸਟੂਡੈਂਟਸ ਇਹ ਗੁੱਡ ਮੈਨੀ ਸਟੂਡੈਂਟਸ ਹੈਵ ਕੁਆਲੀਫਾਈਡ ਦਾ ਐਗਜ਼ਾਮ, ਇਹ ਗੁੱਡ ਮੈਨੀ ਸਟੂਡੈਂਟਸ ਹੈਵ ਕੁਆਲੀਫਾਈਡ ਦਾ एग्ज़ाम, ये वाली भी सही है। ये ग्रेट मैनी स्टूडेंट्स हैव कुआलीफाइड द एग्ज़ाम, ये वाली भी सही है। ठीक है, तो ये तो बाद देखो ਆਪਾਂ ਨੂੰ ਜਿਹੜਾ ਐਗਜ਼ਾਮੀਨਰ ਹੈ ਨਾ, ਹੁਣ ਜਿਵੇਂ ਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਮੈਨੀ ਦਾ ਮਤਲਬ ਜ਼ਿਆਦਾ ਹੈ ਨਾ, ਤਾਂ ਉਹ ਸਿੰਪਲ ਐਵੇਂ ਨਹੀਂ ਦੇਗਾ ਕਿ ਸਿੰਪਲ ਮੈਨੀ ਦੇਗਾ, ਨਾ ਹੀ ਉਹ ਮੈਨੀ ਦੇਗਾ, ਨਾ ਇਹ ਗ੍ਰੇਟ ਮੈਨੀ ਦੇਗਾ, ਨਾ ਉਹ ਇਹ ਗੁੱਡ ਮੈਨੀ ਦੇਗਾ ਹੈ ਨਾ। ਇਹ ਗ੍ਰੇਟ ਡੀਲ ਆਫ, ਇਹ ਗ੍ਰੇਟ ਹੈ ਗੁੱਡ ਡੀਲ ਆਫ, ਇਹ ਵਾਲੇ ਵਰਡ ਵੀ ਆਪਾਂ ਨੂੰ ਯੂਜ਼ ਕਰਵਾਏਗਾ ਉਹ ਅੱਗੇ ਜਾ ਕੇ। ਠੀਕ ਹੈ, ਨੈਕਸਟ ਆਪਾਂ ਰੂਲ ਦੇਖਾਂਗੇ ਅੱਗੇ। ਉਦੋਂ ਬਾਅਦ ਦੇਖੋ ਨੈਕਸਟ ਆਪਾਂ ਹੁਣ ਦੇਖਦੇ ਹਾਂ ਕੀ ਹੈ। ਤਾਂ ਦੇਖੋ ਨੈਕਸਟ ਜਿਹੜਾ ਹੈ ਤੁਹਾਡੇ ਕੋਲ ਰੂਲ ਆਪਣਾ ਕੀ ਕਹਿੰਦਾ ਕਿ ਜਦੋਂ ਮੈਨੀ ਲੱਗਿਆ ਹੋਵੇ ਤਾਂ ਉਹਦੇ ਨਾਲ ਦੇਖੋ ਇਹ ਮੈਨੀ ਹੋ ਗਿਆ, ਗ੍ਰੇਟ ਮੈਨੀ ਹੋ ਗਿਆ, ਗੁੱਡ ਇਹ ਗੁੱਡ ਮੈਨੀ ਹੋ ਗਿਆ, ਇਹਨਾਂ ਸਾਰਿਆਂ ਦੇ ਨਾਲ ਕੀ ਲੱਗਦਾ ਹੁੰਦਾ ਹੈ, ਇਹਨਾਂ ਸਾਰਿਆਂ ਦੇ ਨਾਲ ਜਿਹੜਾ ਉਹ ਪਲੂਰਲ ਨਾਊਨ ਦਾ ਪ੍ਰਯੋਗ ਹੁੰਦਾ ਹੈ। ਜੇਕਰ ਪਲੂਰਲ ਨਾਊਨ ਹੈ ਤਾਂ ਉਹਦੇ ਤੋਂ ਬਾਅਦ ਫਿਰ ਵਰਬ ਵੀ ਕਿਹੜੀ ਹੋਏਗੀ, ਯੂਜ਼ ਪਲੂਰਲ। ਠੀਕ ਹੈ, ਲੇਕਿਨ ਇਹਦੇ ਵਿੱਚ ਵੀ ਇੱਕ ਕੀ ਹੈ ਅਪਵਾਦ ਹੈ ਵੀ, ਐਕਸੈਪਸ਼ਨ ਹੈ। ਠੀਕ ਹੈ, ਉਹ ਕੀ ਐਕਸੈਪਸ਼ਨ ਹੈ ਉਹ ਆਪਾਂ ਦੇਖ ਲੈਂਦੇ ਹਾਂ। ਔਰ ਉਹੀ ਐਕਸੈਪਸ਼ਨ ਜਿਹੜੀ ਹੈ, ਜਿਹੜਾ ਫਸਟ ਕੁਐਸਚਨ ਤੁਹਾਨੂੰ ਮੈਂ ਮੈਨੀ ਵਾਲਾ ਦਿਖਾਇਆ ਸੀ ਨਾ ਪਿੱਛੇ, ਤਾਂ ਉਹੀ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਗਿਆ। ਤਾਂ ਆਪਾਂ ਨੂੰ ਸਿੰਪਲ ਨਹੀਂ ਉਹ ਕਹੇਗਾ ਕਿ ਤੁਸੀਂ ਮੈਨੀ ਜਿੱਥੇ ਵੀ ਮੈਨੀ ਲੱਗਿਆ ਹੋਇਆ ਤੁਸੀਂ ਉਹਦੇ ਨਾਲ ਪਲੂਰਲ ਕੀ ਲਾ ਦਿਓ, ਪਲੂਰਲ ਨਾਊਨ ਲਾ ਦਿਓ ਔਰ ਫਿਰ ਨਾਲ ਪਲੂਰਲ। ਤਾਂ ਇਹ ਹਮੇਸ਼ਾ ਨਹੀਂ ਐਵੇਂ ਹੋਇਆ ਕਰੇਗਾ, ਉਹਦੇ ਵਿੱਚ ਇੱਕ ਐਕਸੈਪਸ਼ਨ ਹੈ ਵੀ। ਤਾਂ ਉਹ ਕੀ ਐਕਸੈਪਸ਼ਨ ਹੈ ਉਹ ਆਪਾਂ ਦੇਖ ਲੈਂਦੇ ਹਾਂ। ਤਾਂ ਇਹ ਵਾਲੀ ਐਕਸੈਪਸ਼ਨ ਹੈ ਵੀ। ਹੁਣ ਦੇਖੋ ਐਕਸੈਪਸ਼ਨ ਕੀ ਕਹਿੰਦਾ ਹੈ ਕਿ ਉਹਨੇ ਇਹ ਬੋਲਿਆ ਕਿ ਜਦੋਂ ਦੇਖੋ ਮੈਨੀ ਵੈਸੇ ਲੱਗਾ ਹੋਵੇ, ਮੈਨੀ ਤੋਂ ਪਹਿਲਾਂ ਇਹ ਮੈਨੀ ਹੈ ਨਾ, ਇਹ ਮੈਨੀ, ਇਹ ਗੁੱਡ ਮੈਨੀ, ਇਹ ਗ੍ਰੇਟ ਮੈਨੀ ਵਗੈਰਾ ਲੱਗਿਆ ਹੋਵੇ ਤਾਂ ਆਪਾਂ ਮੈਨੀ ਨੂੰ ਸਿੰਪਲ ਜ਼ਿਆਦਾ ਪਲੂਰਲ ਹੀ ਮੰਨ ਕੇ ਚੱਲਣਾ। ਲੇਕਿਨ ਜਦੋਂ ਵੀ ਕੀ ਹੈ, ਜਦੋਂ ਵੀ ਆਪਣੇ ਕੋਲ ਨਾ ਜਦੋਂ ਵੀ ਆਪਣੇ ਕੋਲ ਆ ਮੈਨੀ ਆ ਗਿਆ, ਮੈਨੀ ਤੋਂ ਦੇਖੋ ਆਪਣਾ ਕਨਸੈਪਟ ਕੀ ਹੈ, ਆਪਣਾ ਕਨਸੈਪਟ ਹੈ ਕਿ ਜਦੋਂ ਮੈਨੀ ਆ ਗਿਆ, ਮੈਨੀ ਤੋਂ ਬਾਅਦ ਪਲੂਰਲ ਨਾਊਨ ਲੱਗਦਾ ਹੁੰਦਾ, ਬਿਲਕੁਲ ਸਹੀ ਗੱਲ ਹੈ ਨਾ, ਔਰ ਨਾਲ ਕੀ ਹੈ ਪਲੂਰਲ ਵਰਬ, ਬਿਲਕੁਲ ਸਹੀ ਹੈ। ਲੇਕਿਨ ਜਦੋਂ ਮੈਨੀ ਆ ਗਿਆ ਔਰ ਮੈਨੀ ਦੇ ਨਾਲ ਬਿਲਕੁਲ ਤੁਰੰਤ ਬਾਅਦ ਏ ਜਾਂ ਐਨ ਲੱਗਿਆ ਤਾਂ ਫਿਰ ਇਸ ਮੈਨੀ ਦਾ ਸਾਰੇ ਦਾ ਮਤਲਬ ਕੀ ਹੋ ਜਾਏਗਾ, ਉਹ ਕੀ ਹੋ ਜਾਏਗਾ, ਇੱਕ ਸਿੰਗੂਲਰ ਨਾਊਨ, ਇੱਕ ਸਿੰਗੂਲਰ ਸਬਜੈਕਟ ਹੋਏਗਾ ਨਾ। ਤਾਂ ਇਹ ਸਿੰਗੂਲਰ ਸਬਜੈਕਟ ਹੈ, ਇਹਦੇ ਨਾਲ ਫਿਰ ਸਿੰਗੂਲਰ ਨਾਊਨ ਲੱਗੇਗਾ। ਠੀਕ ਹੈ, ਔਰ ਸਿੰਗੂਲਰ ਨਾਊਨ ਲੱਗੇਗਾ ਤਾਂ ਸਿੰਗੂਲਰ ਵਰਬ ਲੱਗੇਗੀ। ਠੀਕ ਹੈ, ਤਾਂ ਫਿਰ ਆਪਾਂ ਕੀ ਕਹਿਣਾ, ਜਿਵੇਂ ਕਿ ਮੈਨੀ ਸਟੂਡੈਂਟਸ ਹੈਵ ਕੁਆਲੀਫਾਈਡ ਦਾ ਐਗਜ਼ਾਮ। ਹੁਣ ਮੈਨੀ ਹੈ, ਮੈਨੀ ਤੋਂ ਤੁਰੰਤ ਬਾਅਦ ਸਟੂਡੈਂਟਸ ਲੱਗ ਗਿਆ, ਬਿਲਕੁਲ ਸਹੀ ਗੱਲ ਹੈ। ਹੈਵ ਲੱਗ ਗਿਆ, ਇਹ ਵੀ ਸਹੀ ਹੈ। ਔਰ ਬਾਕੀ ਦਾ ਫਿਰ ਨੈਕਸਟ ਹੈਗਾ ਸਹੀ। ਠੀਕ ਹੈ, ਉਸ ਤੋਂ ਬਾਅਦ ਹੁਣ ਦੇਖੋ ਮੈਨੀ ਇਹ ਸਟੂਡੈਂਟ ਆ ਗਿਆ। ਹੁਣ ਦੇਖੋ ਮੈਨੀ ਆ ਗਿਆ, ਇਹ ਨੇ ਆਪਾਂ ਨੂੰ ਇਹ ਦੱਸਿਆ ਕਿ ਅੱਗੇ ਤੁਸੀਂ ਸਟੂਡੈਂਟਸ ਨਹੀਂ ਲਾ ਸਕਦੇ, ਸਟੂਡੈਂਟ ਲਾਉਣਾ ਹੈ। ਔਰ ਇਹ ਸਾਰਾ ਇੱਕ ਸਿੰਗੂਲਰ ਸਬਜੈਕਟ ਬਣ ਗਿਆ। ਜਦੋਂ ਸਿੰਗੂਲਰ ਸਬਜੈਕਟ ਬਣ ਗਿਆ ਤਾਂ ਆਪਾਂ ਫਿਰ ਉਦੋਂ ਬਾਅਦ ਜਿਹੜੀ ਹੈ ਇਹ ਵਰਬ ਵੀ ਕੀ ਲਾਵਾਂਗੇ, ਸਿੰਗੂਲਰ ਲਾਵਾਂਗੇ। ਠੀਕ ਹੈ ਨਾ। ਤਾਂ ਹੁਣ ਆਪਾਂ ਦੇਖਦੇ ਹਾਂ ਪਿੱਛੇ ਵਾਲੀ ਜਿਹੜੀ ਤੁਹਾਡੀ ਹੈ ਉਹ ਐਗਜ਼ਾਮਪਲ ਦੇਖ ਲੈਂਦੇ ਹਾਂ ਕਿ ਉਹਦੇ ਵਿੱਚ ਕਿੱਥੇ ਜਾ ਕੇ ਐਰਰ ਸੀਗੀ ਵੀ, ਹੈ ਨਾ। ਉਹ ਐਗਜ਼ਾਮਪਲ ਦੇਖਦੇ ਹਾਂ। ਤਾਂ ਦੇਖੋ ਐਗਜ਼ਾਮਪਲ ਦੇਖੋ ਆਪਣੇ ਕੋਲ ਜਿਹੜੀ ਕੀ ਹੈ ਐਗਜ਼ਾਮਪਲ ਹੈ ਕਿ ਮੈਨੀ ਐਨ ਇੰਪਲੋਈ ਆਫ ਦਿਸ ਕੰਪਨੀ, ਹੈ ਨਾ। ਹੁਣ ਮੈਨੀ ਐਨ ਇੰਪਲੋਈ, ਇਹ ਮੈਨੀ ਆ ਗਿਆ, ਮੈਨੀ ਦੇ ਬਿਲਕੁਲ ਤੁਰੰਤ ਬਾਅਦ ਐਨ ਆ ਗਿਆ ਨਾ, ਬਿਲਕੁਲ ਤੁਰੰਤ ਬਾਅਦ ਕੀ ਆ ਗਿਆ, ਐਨ। ਔਰ ਐਨ ਦੇ ਨਾਲ ਇੰਪਲੋਈ ਲੱਗ ਗਿਆ ਆਫ ਦਿਸ ਕੰਪਨੀ, ਯਾਨੀ ਕਿ ਇਸ ਕੰਪਨੀ, ਹੈ ਨਾ। ਸਾਰਾ ਇੱਕ ਸਬਜੈਕਟ ਬਣ ਗਿਆ। ਜਦੋਂ ਸਬਜੈਕਟ ਬਣ ਗਿਆ ਤਾਂ ਇਹ ਤਾਂ ਸਿੰਗੂਲਰ ਹੈ, ਲੇਕਿਨ ਇਹਨਾਂ ਨੇ ਇੱਥੇ ਲਾਇਆ ਕੀ ਹੋਇਆ, ਆਰ ਲਾਇਆ ਹੈ। ਤਾਂ ਇਹ ਆਰ ਜਿਹੜਾ ਕੀ ਹੈ ਗਲਤ ਹੈ। ਆਰ ਦੀ ਬਜਾਏ ਆਪਣੇ ਕੋਲ ਨੀਚੇ ਕੀ ਲੱਗ ਜਾਏਗਾ, ਇਜ਼ ਲੱਗ ਜਾਏਗਾ। ਤਾਂ ਕਰਕੇ ਆਪਾਂ ਬੀ ਆਪਸ਼ਨ 'ਤੇ ਟਿਕ ਕਰ ਦਿਆਂਗੇ ਕਿ ਇੱਥੇ ਆਰ ਦੀ ਬਜਾਏ ਇਜ਼ ਆਏਗਾ। ਠੀਕ ਹੈ। ਹਾਂ, ਹੁਣ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਕਿਉਂ ਲੱਗਦਾ ਹੁੰਦਾ ਮੈਨੀ, ਹੈ ਨਾ। ਮੈਨੀ ਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ, ਮੈਨੀ ਏ ਜਾਂ ਮੈਨੀ ਦਾ ਮੈਨੀ, ਹੈ ਨਾ, ਸੌਰੀ ਮੈਨੀ। ਔਰ ਉਸ ਤੋਂ ਬਾਅਦ ਕੀ ਹੈ ਮੈਨੀ
ਐਨ ਜਾਂ ਮੈਨੀ ਤੋਂ ਪਹਿਲੇ ਏ ਵਗੈਰਾ ਲੱਗਿਆ ਹੋਏ ਤਾਂ ਠੀਕ ਹੈ। ਤਾਂ ਇਹ ਚਲੋ ਇਹਦੇ ਬਾਰੇ ਤਾਂ ਆਪਾਂ ਨੈਕਸਟ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਹੁਣ ਥੋੜ੍ਹਾ ਜਿਹਾ ਟਾਈਮ ਜਿਹੜਾ 20 ਮਿੰਟ ਦੀ ਵੀਡੀਓ ਹੋ ਚੁੱਕੀ ਹੈ। ਹੁਣ ਨੈਕਸਟ ਜਦੋਂ ਆਪਾਂ ਮੱਚ ਵਗੈਰਾ ਇੱਕ ਗ੍ਰੇਟ ਡੀਲ ਗੁੱਡ ਡੀਲ ਦੀ ਗੱਲ ਕਰਾਂਗੇ ਤਾਂ ਉਸ ਟਾਈਮ 'ਤੇ ਤੁਹਾਨੂੰ ਕੀ ਹੈ ਬਾਕੀ ਸਾਰੀਆਂ ਚੀਜ਼ਾਂ ਸਮਝ ਲੱਗ ਜਾਣਗੀਆਂ ਠੀਕ ਹੈ। ਕੋਈ ਨਹੀਂ, ਤੁਸੀਂ ਐਂ ਕਰੋ ਪਹਿਲੇ ਵਾਲੀਆਂ ਵੀਡੀਓਜ਼ ਜ਼ਰੂਰ ਦੇਖੋ ਠੀਕ ਹੈ। ਤਾਂ ਹੁਣ ਅੱਜ ਤੋਂ ਬਾਅਦ ਆਪਾਂ ਡੇਲੀ ਤੋਂ ਹੀ ਇੰਗਲਿਸ਼ ਵਗੈਰਾ ਠੀਕ ਹੈ ਜੋ ਵੀ ਇਸ ਚੈਨਲ ਦੇ ਉੱਪਰ ਆਪਾਂ ਸ਼ੁਰੂ ਕੀਤਾ ਸਾਰੀਆਂ ਕਲਾਸਿਸ ਜਿਹੜੀਆਂ ਉਹ ਦੁਬਾਰਾ ਤੋਂ ਸਟਾਰਟ ਕਰ ਦਾਂਗੇ ਠੀਕ ਹੈ। ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ, ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਕੀ ਕਰਨਾ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਚੈਨਲ ਨੂੰ, ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਦੱਸਣਾ। ਗਰੰਟੀ ਦੇ ਰਿਹਾ ਵੀ ਮੈਂ ਤੁਹਾਨੂੰ ਇਹ ਵਾਲੀ ਇਹਦੇ ਇੰਗਲਿਸ਼ ਦੀ ਤਾਂ ਮੈਂ ਗਰੰਟੀ ਦਿੰਦਾ ਵੀ ਇੰਗਲਿਸ਼ ਦੇ ਵਿੱਚ ਕੀ ਹੋਏਗਾ, ਤੁਸੀਂ ਮੈਂ ਜਿੰਨੇ ਕੁ ਲੈਕਚਰ ਗ੍ਰਾਮਰ ਦੇ ਤੁਹਾਨੂੰ ਪ੍ਰੋਵਾਈਡ ਕਰਵਾਵਾਂਗਾ ਨਾ ਤਾਂ ਤੁਸੀਂ ਪੰਜਾਬ ਸਟੇਟ ਦਾ ਐਗਜ਼ਾਮ ਕੋਈ ਵੀ ਉਠਾ ਕੇ ਦੇਖ ਲਿਆ ਜੇ ਇਹਦੇ ਤੋਂ ਬਾਹਰ ਜਿਹੜੀ ਹੈ ਉਹ ਇੰਗਲਿਸ਼ ਨਹੀਂ ਜਾਏਗੀ। ਗਰੰਟੀ ਹੈ ਵੀ ਗ੍ਰਾਮਰ ਤੁਹਾਨੂੰ ਮੈਂ ਸਾਰੀ ਕੰਪਲੀਟ ਇੱਥੇ ਤੁਹਾਨੂੰ ਕਰਵਾ ਦੂੰਗਾ ਠੀਕ ਹੈ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਠੀਕ। ਔਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਸੁਜੈਸ਼ਨ ਜਿਹੜੇ ਆਪਣੇ ਸੁਝਾਅ ਜ਼ਰੂਰ ਦਿੰਦੇ ਰਹਿਣਾ ਠੀਕ। ਔਰ ਸਾਨੂੰ ਦੇਖੋ ਸਾਡਾ ਜਿਹੜਾ ਸਾਥ ਹੈ ਕੰਬੋਜ ਨੈੱਟ ਕੈਫੇ ਵਾਲੇ ਦੇ ਰਿਹਾ, ਉਹਨਾਂ ਦਾ ਵੀ ਕਾਫੀ ਜ਼ਿਆਦਾ ਸਹਿਯੋਗ ਹੈ ਵੀ ਤੁਹਾਡੇ ਨਾਲ ਦੀ ਨਾਲ ਹੈ ਨਾ। ਤਾਂ ਜੇਕਰ ਤੁਸੀਂ ਕੋਈ ਵੀ ਫੋਰਮ ਵਗੈਰਾ ਫਿਲ ਕਰਨਾ ਹੋਏ ਤਾਂ ਉੱਥੇ ਜਾ ਕੇ ਸੰਪਰਕ ਕਰ ਸਕਦੇ ਹੋ ਨਾ। ਸਿੰਪਲ ਲੋਗੋ ਦਿੱਤਾ, ਉਹਨਾਂ ਦਾ ਨੰਬਰ ਵਗੈਰਾ ਵੀ ਹੈ। ਵਟਸਐਪ 'ਤੇ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ ਹੈ ਨਾ, ਯੂਟਿਊਬ 'ਤੇ ਕਿਤੇ ਵੀ ਕਰ ਸਕਦੇ ਹੋ। ਤਾਂ ਚਲੋ ਠੀਕ ਹੈ, ਹਾਂ ਆਲ ਦੀ ਬੈਸਟ ਸਾਰਿਆਂ ਨੂੰ। ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵੈਕੈਂਸੀਜ਼ ਆ ਚੁੱਕੀਆਂ ਨਾ, ਜਿਵੇਂ ਕਿ PSSB ਨੇ ਕੱਢੀਆਂ ਹੋਈਆਂ। ਉਸ ਤੋਂ ਬਾਅਦ ਹੋਰ ਵੀ 59-94 ਦਾ ਹਿਲਜੁਲ ਹੋ ਰਹੀ ਹੈ ਕਿ ਆਉਣ ਵਾਲੀਆਂ ਸ਼ਾਇਦ ਇਸੇ ਮਹੀਨੇ ਦੇ ਵਿੱਚ ਆ ਜਾਣ। ਤਾਂ ਆਪਾਂ ਦੇਖੋ ਸਾਰੇ ਬੈਚ ਕੰਟੀਨਿਊ ਕਰ ਲੈਂਦੇ ਹਾਂ ਹੁਣ ਠੀਕ ਹੈ। ਤਾਂ ਸਾਰਿਆਂ ਨੇ ਪੂਰਾ ਸਹਿਯੋਗ ਦੇਣਾ ਜੀ। ਤਾਂ ਚਲੋ ਥੈਂਕਸ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ।